करिए शुरू क्लास। हाँ जी सर, आ रही है आवाज। हाँ जी सर, आवाज आ रही है। ओके ओके। ਅੱਜ ਦਾ ਟੌਪਿਕ ਆਪਣਾ ਹੈਗਾ ਭਾਰਤੀ ਚੋਣ ਆਯੋਗ। ਇਹਦੇ ਅੱਜ ਦੇ ਟੌਪਿਕ ਦੇ ਵਿੱਚ ਆਪਾਂ ਸਿਰਫ ਇਹਦੀ ਬਣਤਰ ਬਾਰੇ ਗੱਲ ਕਰਾਂਗੇ ਕਿਉਂਕਿ ਟੌਪਿਕ ਕਾਫੀ ਲੰਬਾ ਹੋਊਗਾ ਅਤੇ ਬਾਕੀ ਆਪਾਂ ਅਗਲੀ ਕਲਾਸ ਦੇ ਵਿੱਚ ਕਰਾਂਗੇ ਕੰਪਲੀਟ। ਤਾਂ ਚੋਣ ਆਯੋਗ ਆ ਤਾਂ ਇਹਦੇ ਵਿੱਚੋਂ 2 ਜਾਂ 3 ਕੁਐਸਚਨ ਹਰ ਵਾਰ ਆਉਂਦੇ ਹੀ ਆਉਂਦੇ ਨੇ। 2 ਤਾਂ ਮਿਨੀਮਮ ਆਉਂਦੇ ਨੇ, ਉਸ ਤੋਂ ਵੱਧ ਜਿੰਨੇ ਮਰਜ਼ੀ ਪੁੱਛ ਸਕਦੇ ਨੇ ਇਹ। ਤਾਂ ਭਾਰਤੀ ਚੋਣ ਆਯੋਗ ਦੀ ਆਪਾਂ ਗੱਲ ਕਰੀਏ ਤਾਂ ਵਰਤਮਾਨ ਯੁੱਗ ਆਪਣਾ ਅਪ੍ਰਤੱਖ ਲੋਕਤੰਤਰ ਦਾ ਇਨਡਾਇਰੈਕਟ ਡੈਮੋਕ੍ਰੇਸੀ, ਜਿਹਨੂੰ ਆਪਾਂ ਪ੍ਰਤੀਨਿਧਾਤਮਕ ਲੋਕਤੰਤਰ ਵੀ ਕਹਿੰਦੇ ਹਾਂ, ਰਿਪਰੈਜ਼ੈਂਟੇਟਿਵ ਡੈਮੋਕ੍ਰੇਸੀ ਕਿਹਾ ਜਾਂਦਾ ਇਹਨੂੰ। ਤਾਂ ਇਹਦੇ ਵਿੱਚ ਆਪਾਂ ਨੂੰ ਪਤਾ ਵੀ ਸਭ ਨੂੰ ਵੀ ਸ਼ਕਤੀ ਲੋਕਾਂ ਦੇ ਹੱਥ ਦੇ ਵਿੱਚ ਹੁੰਦੀ ਆ ਅਤੇ ਉਹ ਆਪਣੇ ਚੁਣੇ ਹੋਏ ਪ੍ਰਤੀਨਿਧੀਆਂ ਦੁਆਰਾ ਵਰਤੋਂ ਕਰਦੇ ਨੇ, ਉਹਨਾਂ ਨੂੰ ਵੋਟ ਪਾਉਂਦੇ ਨੇ, ਜਿਤਾਉਂਦੇ ਨੇ ਅਤੇ ਫਿਰ ਉਹਨਾਂ ਰਾਹੀਂ ਕੰਮ ਕਰਵਾਉਂਦੇ ਨੇ ਆਪਦੇ। ਤਾਂ ਪਹਿਲਾਂ ਜਿਹੜੀ ਵੋਟ ਪਾਉਣ ਦੀ ਉਮਰ ਸੀ 21 ਸਾਲ ਦੀ ਸੀ, ਤਾਂ 1988 ਦੇ ਵਿੱਚ 61ਵੀਂ ਸੋਧ ਹੋਈ ਆ, ਤਾਂ ਉਹਦੇ ਅਧੀਨ ਉਮਰ 21 ਸਾਲ ਤੋਂ ਘਟਾ ਕੇ 18 ਸਾਲ ਕਰ ਦਿੱਤੀ ਗਈ। ਇਹ ਵੀ ਨੋਟ ਕਰ ਲਿਓ, ਇਹ ਕੁਐਸਚਨ ਬਣਦਾ ਆਪਣਾ ਵੀ ਕਿਸੇ ਸੋਧ ਅਧੀਨ ਜਾਂ ਕਦੋਂ ਵੋਟ ਪਾਉਣ ਦੀ ਉਮਰ 21 ਸਾਲ ਤੋਂ ਘਟਾ ਕੇ 18 ਸਾਲ ਦੀ ਕਰ ਦਿੱਤੀ ਗਈ ਸੀ। ਅਤੇ ਉਸ ਤੋਂ ਬਾਅਦ ਜਿਹੜੀਆਂ ਆਪਣੇ ਇੰਡੀਆ ਦੇ ਵਿੱਚ ਚੋਣਾਂ ਹੁੰਦੀਆਂ ਨੇ, ਚਾਹੇ ਉਹ ਲੋਕ ਸਭਾ ਦੀਆਂ ਨੇ, ਰਾਜ ਸਭਾ ਦੀਆਂ ਨੇ, ਚਾਹੇ ਵੱਖ-ਵੱਖ ਰਾਜਾਂ ਦੇ ਵਿਧਾਨ ਸਭਾ ਆਉਂਦੀਆਂ ਨੇ, ਤਾਂ ਉਹਨਾਂ 'ਤੇ ਸਾਰੀ ਜ਼ਿੰਮੇਵਾਰੀ ਚੋਣ ਆਯੋਗ ਨੂੰ ਦਿੱਤੀ ਗਈ ਆ। ਤਾਂ ਸੰਵਿਧਾਨ ਦੇ ਭਾਗ 15 ਦੇ ਵਿੱਚ ਧਾਰਾ 324 ਤੋਂ 329 ਤੱਕ ਚੋਣ ਆਯੋਗ ਅਤੇ ਇਹਦੇ ਨਾਲ ਸੰਬੰਧਿਤ ਇਹਦੇ ਜਿਹੜੇ ਕੰਮ ਨੇ ਉਹਨਾਂ ਦੀ ਵਿਵਸਥਾ ਕੀਤੀ ਗਈ ਆ। ਤਾਂ ਇਹਦਾ ਆਪਣਾ ਨੈਕਸਟ ਕੁਐਸਚਨ ਬਣਦਾ ਵੀ ਭਾਰਤੀ ਚੋਣ ਆਯੋਗ ਦੀ ਵਿਵਸਥਾ ਕਿਹੜੇ ਭਾਗ ਦੇ ਵਿੱਚ ਕੀਤੀ ਗਈ ਆ ਅਤੇ ਉਹਦੇ ਨਾਲ ਸੰਬੰਧਿਤ ਆਰਟੀਕਲ ਕਿਹੜੇ ਨੇ, ਤਾਂ ਉਹ 324 ਅਤੇ 329। ਅਤੇ ਉਸ ਤੋਂ ਬਾਅਦ ਨੈਕਸਟ ਕੁਐਸਚਨ ਆਪਣਾ ਬਣਦਾ ਚੋਣ ਆਯੋਗ ਦੀ ਸਥਾਪਨਾ ਕਦੋਂ ਕੀਤੀ ਗਈ ਸੀ। ਤਾਂ ਇਹਦੀ ਸਥਾਪਨਾ 25 ਜਨਵਰੀ 1950 ਨੂੰ ਕੀਤੀ ਗਈ ਸੀ ਅਤੇ ਹਰ ਸਾਲ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਮਨਾਇਆ ਜਾਂਦਾ। ਤਾਂ ਇਹ ਕੁਐਸਚਨ ਵੀ ਆਪਣਾ ਇੰਪੋਰਟੈਂਟ ਬਣਦਾ, ਇਹਨੂੰ ਨੋਟ ਕਰ ਲਿਓ ਵੀ ਰਾਸ਼ਟਰੀ ਵੋਟਰ ਦਿਵਸ ਆਪਣਾ ਕਿਸ ਡੇਟ ਨੂੰ ਮਨਾਇਆ ਜਾਂਦਾ। ਤਾਂ 25 ਜਨਵਰੀ ਨੂੰ ਆਪਣੇ ਹਰ ਸਾਲ ਰਾਸ਼ਟਰੀ ਵੋਟਰ ਦਿਵਸ ਮਨਾਇਆ ਜਾਂਦਾ। ਉਸ ਤੋਂ ਬਾਅਦ ਆਪਣੀ ਧਾਰਾ 324(1) ਦੇ ਅੰਡਰ ਸੰਸਦ, ਰਾਜ ਵਿਧਾਨ ਸਭਾਵਾਂ, ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੀ ਚੋਣ ਕਰਾਉਣ, ਵੋਟਰ ਸੂਚੀਆਂ ਤਿਆਰ ਕਰਨ ਦੇ ਸੰਬੰਧ ਵਿੱਚ ਨਿਰੀਖਣ ਅਤੇ ਨਿਰਦੇਸ਼ਨ ਅਤੇ ਨਿਯੰਤਰਣ, ਇਹ ਸਾਰਾ ਅਧਿਕਾਰ ਚੋਣ ਆਯੋਗ ਨੂੰ ਦਿੱਤਾ ਗਿਆ, ਚਾਹੇ ਉਹ ਸੰਸਦ, ਰਾਜ ਵਿਧਾਨ ਸਭਾਵਾਂ, ਰਾਸ਼ਟਰਪਤੀ, ਉਪ ਰਾਸ਼ਟਰਪਤੀ। ਤਾਂ ਇਹਦੇ ਸੰਬੰਧੀ ਵੋਟਰ ਸੂਚੀਆਂ ਤਿਆਰ ਕਰਨੀਆਂ, ਨਿਰੀਖਣ ਕਰਨਾ, ਨਿਰਦੇਸ਼ ਦੇਣੇ ਅਤੇ ਵੋਟਾਂ ਦੇ ਵਿੱਚ ਨਿਯੰਤਰਣ, ਤਾਂ ਉਹ ਸਾਰਾ ਚੋਣ ਆਯੋਗ ਦੀ ਜ਼ਿੰਮੇਵਾਰੀ ਹੁੰਦੀ ਆ। ਜੇ ਆਪਾਂ ਚੋਣ ਆਯੋਗ ਦੀ ਬਣਤਰ ਦੀ ਗੱਲ ਕਰੀਏ ਤਾਂ ਧਾਰਾ 324(2) ਦੇ ਅਧੀਨ ਚੋਣ ਆਯੋਗ ਦੇ ਵਿੱਚ ਇੱਕ ਮੁੱਖ ਚੋਣ ਕਮਿਸ਼ਨ ਹੋਊਗਾ ਅਤੇ ਉਹਦੇ ਨਾਲ ਉਹਦੀ ਹੈਲਪ ਦੇ ਲਈ 2 ਹੋਰ ਚੁਣੇ ਜਾਣਗੇ। ਇਹ ਕੁਐਸਚਨ ਵੀ ਆਪਣਾ ਬਣਦਾ ਹੁੰਦਾ, ਆਇਆ ਵੀ ਹੋਇਆ ਕਿਸੇ ਮਾਸਟਰ ਕੈਡਰ ਦੇ ਵਿੱਚ ਵੀ ਜਿਹੜੇ ਭਾਰਤ ਦੇ ਵਿੱਚ ਚੋਣ ਆਯੋਗ ਦੀ ਵਿਵਸਥਾ ਕੀਤੀ ਗਈ ਆ ਉਹ ਕਿਵੇਂ ਦੀ ਆ, ਵੀ ਇੱਕ ਮੁੱਖ ਚੋਣ ਕਮਿਸ਼ਨ ਹੁੰਦਾ ਜਾਂ 2 ਹੁੰਦੇ ਨੇ ਜਾਂ 2 ਉਹਦੀ ਸਹਾਇਤਾ ਦੇ ਲਈ ਹੁੰਦੇ ਨੇ। ਤਾਂ ਇੱਕ ਮੁੱਖ ਹੋਊਗਾ, 2 ਉਹਦੀ ਹੈਲਪ ਦੇ ਲਈ ਹੋਣਗੇ ਅਤੇ ਸਮੇਂ ਦੇ ਅਕੋਰਡਿੰਗ ਜੇ ਕਿਤੇ ਲੋੜ ਪਵੇ ਘੱਟ ਵੱਧ ਕਰਨ ਦੀ ਤਾਂ ਉਹ ਰਾਸ਼ਟਰਪਤੀ ਦੁਆਰਾ ਘਟਾਈ ਵਧਾਈ ਜਾ ਸਕਦੀ ਹੈ ਗਿਣਤੀ ਇਹਨਾਂ ਦੀ। ਨੈਕਸਟ ਆਪਣਾ ਆਉਂਦਾ ਧਾਰਾ 324(4) ਤਾਂ ਇਹਦੇ ਵਿੱਚ ਲੋਕ ਸਭਾ ਅਤੇ ਰਾਜ ਸਭਾ ਦੀਆਂ ਚੋਣਾਂ ਸਮੇਂ ਰਾਸ਼ਟਰਪਤੀ ਚੋਣ ਆਯੋਗ ਦੀ ਸਲਾਹ ਨਾਲ ਖੇਤਰੀ ਕਮਿਸ਼ਨਰਾਂ ਦੀ ਨਿਯੁਕਤੀ ਕਰ ਸਕਦਾ। ਮਤਲਬ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਨੇ ਜਾਂ ਆਪਣੇ ਰਾਜ ਸਭਾ ਦੀਆਂ ਹੋਣੀਆਂ ਤਾਂ ਰੀਜਨਲ ਲੈਵਲ 'ਤੇ ਵੀ ਚੋਣ ਕਮਿਸ਼ਨਰਾਂ ਦੀ ਜਿਹੜੀ ਨਿਯੁਕਤੀ ਕੀਤੀ ਜਾਂਦੀ ਆ ਵੋਟਾਂ ਦੇ ਲਈ, ਤਾਂ ਰਾਸ਼ਟਰਪਤੀ ਦੀ ਸਲਾਹ ਨਾਲ ਕੀਤੀ ਜਾਂਦੀ ਆ ਚੋਣ ਆਯੋਗ ਦੁਆਰਾ। ਫਿਰ ਉਸ ਤੋਂ ਬਾਅਦ ਆਪਣਾ ਆਉਂਦਾ ਜਿਹੜਾ
ਇਹਨਾਂ ਤੇ ਜਿਹੜਾ ਸ਼ਰਤਾਂ ਨੇ ਤੇ ਕਾਰਜਵਿਧੀਆਂ ਨੇ ਉਹ ਸੰਸਦ ਦੁਆਰਾ ਬਣਾਏ ਗਏ ਕਾਨੂੰਨਾਂ ਦੁਆਰਾ ਰਾਸ਼ਟਰਪਤੀ ਨਿਸ਼ਚਿਤ ਕਰਦਾ ਕਿ ਚੋਣ ਆਯੋਗ ਨੇ ਕੰਮ ਕੀ ਕਰਨੇ ਨੇ ਤੇ ਉਹਦੇ ਕੰਮ ਪ੍ਰਤੀ ਸ਼ਰਤਾਂ ਕੀ ਨੇ। ਉਸ ਤੋਂ ਬਾਅਦ ਆਉਂਦੀ ਆਪਣੇ ਧਾਰਾ 324(6) ਤਾਂ ਆਯੋਗ ਦੇ ਕਾਰਜਾਂ ਲਈ ਜਿਨ੍ਹਾਂ ਕਰਮਚਾਰੀਆਂ ਦੀ ਲੋੜ ਹੋਵੇਗੀ ਉਹਨਾਂ ਦੀ ਵਿਵਸਥਾ ਰਾਸ਼ਟਰਪਤੀ ਰਾਜਪਾਲ ਦੁਆਰਾ ਕੀਤੀ ਜਾਵੇਗੀ। ਬਾਈ ਚਾਂਸ ਚੋਣ ਆਯੋਗ ਨੂੰ ਹੋਰ ਕਰਮਚਾਰੀ ਚਾਹੀਦੇ ਨੇ ਵੋਟਾਂ ਦੇ ਲਈ, ਜੇ ਤਾਂ ਲੋਕ ਸਭਾ ਰਾਜ ਸਭਾ ਦੀਆਂ ਵੋਟਾਂ ਹੋਣਗੀਆਂ ਤਾਂ ਰਾਸ਼ਟਰਪਤੀ ਨੂੰ ਕਹੂਗਾ, ਜੇ ਆਪਣੀ ਸਟੇਟ ਲੈਵਲ 'ਤੇ ਕੋਈ ਇਲੈਕਸ਼ਨਾਂ ਹੁੰਦੀਆਂ ਨੇ ਤਾਂ ਰਾਜਪਾਲ ਨੂੰ ਕਿਹਾ ਜਾਂਦਾ। ਤਾਂ ਰਾਜਪਾਲ ਇਹ ਕਰਮਚਾਰੀਆਂ ਦੀ ਵਿਵਸਥਾ ਕਰਕੇ ਦਿੰਦਾ ਚੋਣ ਆਯੋਗ ਨੂੰ। ਅਤੇ ਉਸ ਤੋਂ ਬਾਅਦ ਜਿਹੜੇ ਕਰਮਚਾਰੀ ਚੁਣੇ ਜਾਂਦੇ ਨੇ ਤਾਂ ਆਯੋਗ ਜਿਹੜੇ ਇਹਨਾਂ ਨੂੰ ਕੰਮ ਦਊਗਾ ਤਾਂ ਉਹਨਾਂ ਨੂੰ ਕਰਨਾ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ। ਜਿਵੇਂ ਆਪਣੇ ਟੀਚਰਾਂ ਨੂੰ ਦਿੱਤੀ ਜਾਂਦੀ ਆ, ਪਟਵਾਰੀਆਂ ਨੂੰ ਦਿੱਤੀ ਜਾਂਦੀ ਆ, ਜੋ ਹੋਰ ਸਰਕਾਰੀ ਅਧਿਕਾਰੀ ਨੇ, ਤਾਂ ਵੋਟਾਂ ਸਮੇਂ ਸਾਰੇ ਚੋਣ ਆਯੋਗ ਦੇ ਅੰਡਰ ਹੁੰਦੇ ਨੇ। ਤਾਂ ਉਹਦੇ ਵਿੱਚ ਕਿਸੇ ਕਿਸਮ ਦੀ ਕੋਈ ਛੁੱਟੀ ਨਹੀਂ ਲੈ ਸਕਦੇ ਹੈਗੇ ਅਤੇ ਪੂਰਾ ਕੰਮ ਕਰਨਾ ਪੈਂਦਾ ਆਪਾਂ ਨੂੰ। ਅਤੇ ਉਸ ਤੋਂ ਬਾਅਦ ਆਉਂਦਾ ਆਪਣਾ ਲੋਕ ਪ੍ਰਤੀਨਿਧਤਾ ਸੋਧ ਕਾਨੂੰਨ 1988। ਤਾਂ ਇਹਦੇ ਵਿੱਚ ਚੋਣ ਸੂਚੀਆਂ ਤਿਆਰ ਕਰਨ, ਚੋਣਾਂ ਕਰਵਾਉਣ ਦੀ ਡਿਊਟੀ 'ਤੇ ਲੱਗੇ ਹੋਏ ਜਿਹੜੇ ਅਧਿਕਾਰੀ ਹੁੰਦੇ ਨੇ ਤਾਂ ਉਹ ਡਿਊਟੀ ਦੌਰਾਨ ਚੋਣ ਆਯੋਗ ਦੇ ਅਧੀਨ ਕੰਮ ਕਰਨਗੇ। ਤਾਂ ਉਹੀ ਆਪਣੇ ਸਰਕਾਰੀ ਟੀਚਰ ਹੋ ਗਏ ਜਾਂ ਪਟਵਾਰੀ ਹੋ ਗਏ ਜਾਂ ਹੋਰ ਅਧਿਕਾਰੀ ਹੋ ਗਏ। ਤਾਂ ਉਸ ਤੋਂ ਬਾਅਦ ਆਪਣਾ ਆਉਂਦਾ ਵੀ ਚੋਣ ਆਯੋਗ ਆ ਜਿਹੜਾ ਬਹੁ ਮੈਂਬਰੀ ਆ। 1993 ਤੋਂ ਪਹਿਲਾਂ ਇੱਕ ਮੈਂਬਰ ਹੁੰਦਾ ਸੀ ਚੋਣ ਆਯੋਗ ਦਾ। ਤਾਂ 16 ਅਕਤੂਬਰ 1999 ਦੇ ਵਿੱਚ ਚੋਣ ਆਯੋਗ 3 ਮੈਂਬਰੀ ਬਣਾ ਦਿੱਤਾ ਗਿਆ। ਇੱਕ ਮੁੱਖ ਚੋਣ ਕਮਿਸ਼ਨਰ ਹੋਊਗਾ ਅਤੇ 2 ਉਹਦੀ ਹੈਲਪ ਦੇ ਲਈ। ਤਾਂ ਕੁਝ ਸਮੇਂ ਬਾਅਦ ਇਹ ਫੇਰ ਇੱਕ ਕਰ ਦਿੱਤਾ ਗਿਆ ਵੀ ਇਕੱਲਾ ਇੱਕ ਮੁੱਖ ਚੋਣ ਕਮਿਸ਼ਨ ਹੋਊਗਾ। ਫਿਰ 20 ਦਸੰਬਰ 1993 ਦੇ ਵਿੱਚ ਸੰਸਦ ਨੇ ਕਾਨੂੰਨ ਪਾਸ ਕਰਕੇ 3 ਮੈਂਬਰੀ ਚੋਣ ਆਯੋਗ ਦੀ ਪੱਕੀ ਵਿਵਸਥਾ ਕਰ ਦਿੱਤੀ ਵੀ ਹੁਣ ਪਰਮਾਨੈਂਟ 3 ਰਹਿਣਗੇ, ਇੱਕ ਮੁੱਖ ਹੋਊਗਾ, 2 ਉਹਦੀ ਹੈਲਪ ਦੇ ਲਈ ਹੋਣਗੇ। ਤਾਂ ਅੱਜ ਭਾਰਤ ਦੇ ਵਿੱਚ ਇੱਕ ਮੁੱਖ ਚੋਣ ਕਮਿਸ਼ਨਰ ਆ ਅਤੇ 2 ਹੋਰ ਨੇ। ਅਤੇ ਜਿਹੜਾ ਚੋਣ ਆਯੋਗ ਦਾ ਹੈੱਡਕੁਆਟਰ ਉਹ ਆਪਣੇ ਦਿੱਲੀ ਦੇ ਵਿੱਚ ਸਥਾਪਿਤ ਕੀਤਾ ਹੋਇਆ। ਅਤੇ ਜਿਹੜੇ ਚੋਣ ਆਯੋਗ ਦੀ ਨਿਯੁਕਤੀ ਕੀਤੀ ਜਾਂਦੀ ਆ ਉਹ IAS ਰੈਂਕ ਦੇ ਹੁੰਦੇ ਨੇ ਅਤੇ ਇਹਨਾਂ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਆ। ਤਾਂ ਆਪਣੇ ਇੱਕ ਕੁਐਸਚਨ ਇਹ ਵੀ ਬਣਦਾ ਵੀ ਜਿਹੜੇ ਚੋਣ ਆਯੋਗ ਦੇ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਕੀਤੀ ਜਾਂਦੀ ਆ ਤਾਂ ਉਹ ਕਿਸ ਦੁਆਰਾ ਕੀਤੀ ਜਾਂਦੀ ਆ, ਤਾਂ ਆਪਣਾ ਰਾਸ਼ਟਰਪਤੀ ਹੋਊਗਾ। ਹੁਣ ਜੇ ਚੋਣ ਆਯੋਗ ਦੇ ਚੋਣ ਕਮਿਸ਼ਨਰ ਦੇ ਕਾਰਜਕਾਲ ਦੀ ਗੱਲ ਕਰੀਏ ਤਾਂ ਆਰਟੀਕਲ 324(5) ਦੇ ਅੰਡਰ 6 ਸਾਲ ਤੱਕ ਅਤੇ 65 ਸਾਲ ਦੀ ਉਮਰ ਤੱਕ ਕਾਰਜਕਾਲ ਹੁੰਦਾ ਇਹਨਾਂ ਦਾ। ਜੇ ਤਾਂ ਮੰਨ ਲਓ ਬੰਦਾ 65 ਸਾਲ ਦੇ ਨੇੜੇ ਆ, ਚਾਹੇ ਉਹਦੇ 3 ਸਾਲ, ਚਾਹੇ ਉਹ 62 ਸਾਲ ਦਾ, ਚਾਹੇ 61 ਸਾਲ ਦਾ, ਜਦੋਂ 65 ਸਾਲ ਦਾ ਹੋ ਗਿਆ ਤਾਂ ਆਟੋਮੈਟਿਕਲੀ 65 ਸਾਲ 'ਤੇ ਉਹ ਰਿਟਾਇਰ ਹੋ ਜਾਊਗਾ। ਜਾਂ ਫਿਰ ਜੇ ਉਹਦੀ ਉਮਰ ਹਲੇ ਕਾਫੀ ਪਈ ਆ ਤਾਂ ਉਹਦਾ ਕਾਰਜਕਾਲ 6 ਸਾਲ ਤੱਕ ਚੱਲੂਗਾ। ਤਾਂ ਇਹ ਦੋਨੇ ਚੀਜ਼ਾਂ ਹੋ ਸਕਦੀਆਂ ਨੇ, 65 ਸਾਲ ਦੀ ਉਮਰ ਵੀ ਹੋ ਸਕਦੀ ਆ ਅਤੇ 6 ਸਾਲ ਦਾ ਕਾਰਜਕਾਲ ਵੀ ਹੋ ਸਕਦਾ। ਅਤੇ ਜਿਹੜਾ ਇਹਨਾਂ ਦਾ ਕਾਰਜਕਾਲ ਆ 6 ਸਾਲ ਅਤੇ 65 ਸਾਲ ਨਿਸ਼ਚਿਤ ਤਾਂ ਹੈਗਾ, ਪਰ ਇਸ ਤੋਂ ਪਹਿਲਾਂ ਵੀ ਜੇਕਰ ਸੰਸਦ ਦੇ ਦੁਆਰਾ ਮਹਾਦੋਸ਼ ਪ੍ਰਸਤਾਵ 2/3 ਬਹੁਮਤ ਨਾਲ ਸੰਸਦ ਦੇ ਦੋਵੇਂ ਸਦਨ ਪਾਸ ਕਰ ਦੇਣ ਤਾਂ ਮੁੱਖ ਚੋਣ ਕਮਿਸ਼ਨਰ ਨੂੰ ਆਪਣੇ ਨਿਸ਼ਚਿਤ ਸਮੇਂ ਤੋਂ ਪਹਿਲਾਂ ਅਸਤੀਫਾ ਦੇਣਾ ਪਊਗਾ। ਤਾਂ ਇਸ ਤੋਂ ਬਾਅਦ ਆਪਣਾ ਪਹਿਲਾ ਮੁੱਖ ਚੋਣ ਕਮਿਸ਼ਨਰ ਹੈਗਾ ਸੀ ਸੁਕੁਮਾਰ ਸੇਨ ਅਤੇ ਆਪਣਾ ਜਿਹੜਾ ਮੌਜੂਦਾ ਮੁੱਖ ਚੋਣ ਕਮਿਸ਼ਨਰ ਹੈਗਾ ਉਹ ਹੈਗਾ ਸੁਸ਼ੀਲ ਚੰਦਰਾ ਅਤੇ ਇਹ ਆਪਣਾ 24ਵਾਂ ਮੁੱਖ ਇਲੈਕਸ਼ਨ ਕਮਿਸ਼ਨਰ ਆ। ਤਾਂ ਇਹ ਕੁਐਸਚਨ ਤਾਂ ਪੱਕਾ ਆਉਣ ਦੇ ਚਾਂਸ ਹੈਗੇ ਨੇ 99% ਵੀ ਭਾਰਤ ਦਾ ਮੌਜੂਦਾ ਚੋਣ ਕਮਿਸ਼ਨਰ ਕੌਣ ਹੈ। ਤਾਂ ਆਪਣਾ ਸੁਸ਼ੀਲ ਚੰਦਰਾ ਅਤੇ ਇਹ 24ਵਾਂ। ਅਤੇ ਇਸ ਤੋਂ ਪਹਿਲਾਂ ਜਿਹੜਾ ਹੈਗਾ ਸੀ ਉਹ ਆਪਣਾ ਹੈਗਾ ਸੀ ਸੁਨੀਲ ਅਰੋੜਾ। ਤਾਂ ਕਈ ਵਾਰ ਇਹ ਕੁਐਸਚਨ ਵੀ ਇਹਨਾਂ ਨੇ ਪੁੱਛਿਆ ਹੋਇਆ ਵੀ ਉਹ ਪ੍ਰੈਜੈਂਟ ਨਹੀਂ ਪੁੱਛਦੇ ਹੈਗੇ ਵੀ ਇਸ ਤੋਂ ਪਹਿਲਾਂ ਕਿਹੜਾ ਸੀ। ਇਸ ਕਰਕੇ ਇਹ ਦੋਨੇ ਤੁਹਾਨੂੰ ਯਾਦ ਰੱਖਣੇ ਆ ਕਿ ਸੁਸ਼ੀਲ ਚੰਦਰਾ ਆਪਣਾ ਮੌਕੇ ਦਾ ਅਤੇ ਇਹ 24ਵਾਂ, ਇਸ ਤੋਂ ਪਹਿਲਾਂ ਸੁਨੀਲ ਅਰੋੜਾ ਸੀ। ਅਤੇ ਜਿਹੜੇ ਐਟ ਪ੍ਰੈਜੈਂਟ ਮੁੱਖ ਚੋਣ ਕਮਿਸ਼ਨਰ ਦੀ ਹੈਲਪ ਦੇ ਲਈ 2 ਹੋਰ ਲਾਏ ਗਏ ਨੇ, ਉਹਨਾਂ ਦੇ ਵਿੱਚੋਂ ਇੱਕ ਹੈਗਾ ਰਾਜੀਵ ਕੁਮਾਰ ਅਤੇ ਦੂਜਾ ਹੈਗਾ ਅਨੂਪ ਚੰਦਰ ਪਾਂਡੇ। ਤਾਂ ਇਹਨੂੰ ਤੁਸੀਂ ਇੰਪੋਰਟੈਂਟ ਦੇ ਵਿੱਚ ਨੋਟ ਕਰ ਲਿਓ ਦੋਨਾਂ ਨੂੰ।
ਨੈਕਸਟ ਆਉਂਦਾ ਆਪਣਾ ਧਾਰਾ 325। ਤਾਂ ਧਾਰਾ 325 ਦੇ ਅੰਡਰ ਕਿਸੇ ਵੀ ਵਿਅਕਤੀ ਨਾਲ ਜਾਤ, ਧਰਮ ਜਾਂ ਲਿੰਗ ਦੇ ਆਧਾਰ 'ਤੇ ਕਿਸੇ ਵਿਅਕਤੀ ਵਿਸ਼ੇਸ਼ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਨਾ ਕਰਨ ਜਾਂ ਇਹਨਾਂ ਦੇ ਆਧਾਰ 'ਤੇ ਮਤਦਾਨ ਦੇ ਲਈ ਅਯੋਗ ਕਰਾਰ ਨਹੀਂ ਦੇ ਸਕਦੇ। ਤਾਂ ਆਪਾਂ ਕਿਸੇ ਵੀ ਵਿਅਕਤੀ ਨੂੰ ਉਹਦੀ ਜਾਤ, ਧਰਮ ਜਾਂ ਲਿੰਗ ਦੇ ਆਧਾਰ 'ਤੇ ਵੋਟਰ ਸੂਚੀ ਦੇ ਵਿੱਚ ਐਡ ਕਰਨ ਤੋਂ ਮਨਾ ਨਹੀਂ ਕਰ ਸਕਦੇ, ਨਾ ਹੀ ਉਹਨੂੰ ਆਪਾਂ ਵੋਟ ਪਾਉਣ ਦੇ ਲਈ ਰੋਕ ਸਕਦੇ ਹਾਂ। ਉਸ ਤੋਂ ਬਾਅਦ ਧਾਰਾ 326, ਇਹਦੇ ਅਧੀਨ ਲੋਕ ਸਭਾ ਅਤੇ ਹਰ ਰਾਜ ਦੇ ਵਿਧਾਨ ਮੰਡਲਾਂ ਦੀਆਂ ਚੋਣਾਂ ਬਾਲਗ ਮਤ ਦੇ ਅਧਿਕਾਰ ਆਧਾਰ 'ਤੇ ਹੋਣਗੀਆਂ। ਕਿਸੇ ਵੀ ਚਾਹੇ ਲੋਕ ਸਭਾ, ਰਾਜ ਸਭਾ ਦੀਆਂ ਚੋਣਾਂ ਨੇ, ਚਾਹੇ ਕਿਸੇ ਵਿਧਾਨ ਮੰਡਲ ਦੀਆਂ, ਤਾਂ ਜਿਹੜੀਆਂ ਵੋਟਾਂ ਨੇ ਉਹ 18 ਸਾਲ ਦੀ ਉਮਰ ਤੋਂ ਉੱਪਰ ਦੇ ਵਿਅਕਤੀ ਵੋਟਾਂ ਦੇਣਗੇ, ਬਾਲਗ ਮਤ ਅਧਿਕਾਰ ਹੋਊਗਾ। ਧਾਰਾ 327, ਤਾਂ ਇਹਦੇ ਵਿੱਚ ਸੰਸਦ ਦੀ ਵਿਧਾਨ ਮੰਡਲਾਂ ਦੀ ਚੋਣ ਬਾਰੇ ਕਾਨੂੰਨ ਬਣਾਉਣ ਦੀ ਸ਼ਕਤੀ ਆ। ਵੀ ਜੇਕਰ ਸੰਸਦ ਕਿਸੇ ਵਿਧਾਨ ਮੰਡਲ ਦੀ ਚੋਣ ਹੋਣੀ ਆ, ਵਿਧਾਨ ਸਭਾ ਦੀ, ਤਾਂ ਉਹਦੇ ਸੰਬੰਧੀ ਜੇ ਕੋਈ ਕਾਨੂੰਨ ਬਣਾਉਣਾ ਹੋਵੇ ਤਾਂ ਸੰਸਦ ਉਹ ਕਾਨੂੰਨ ਬਣਾ ਸਕਦੀ ਆ ਮੌਕੇ 'ਤੇ। ਧਾਰਾ 328 ਦੀ ਜੇ ਗੱਲ ਕਰੀਏ ਤਾਂ ਕਿਸੇ ਵੀ ਰਾਜ ਦੀ ਵਿਧਾਨ ਸਭਾ ਨੂੰ ਚੋਣਾਂ ਲਈ ਕਾਨੂੰਨ ਬਣਾਉਣ ਦੀ ਸ਼ਕਤੀ ਦਿੱਤੀ ਗਈ ਆ। ਜੇਕਰ ਕਿਸੇ ਰਾਜ ਨੂੰ ਲੱਗਦਾ ਵੀ ਹਾਂ ਸਾਡੇ ਚੋਣਾਂ ਹੋਣਗੀਆਂ ਤਾਂ ਸਾਨੂੰ ਕੁਝ ਕਾਨੂੰਨ ਬਣਾਉਣੇ ਚਾਹੀਦੇ ਨੇ, ਤਾਂ ਉਹ ਰਾਜ ਬਣਾ ਸਕਦਾ। ਅਤੇ ਧਾਰਾ 329 ਇੰਪੋਰਟੈਂਟ ਹੈ ਵੀ ਕਾਫੀ। ਤਾਂ ਜਿਹੜੇ ਚੋਣਾਂ ਦੌਰਾਨ ਕੋਈ ਮਾਮਲੇ ਹੋਣਾ, ਕੋਈ ਰੱਪਾ ਪੈਂਦਾ ਵੀ ਕਿਤੇ ਵੋਟਾਂ ਘੱਟ ਪਈਆਂ, ਵੱਧ ਪੈ ਗਈਆਂ ਜਾਂ ਜਾਲੀ ਪੈ ਗਈਆਂ, ਤਾਂ ਉਹਦੇ ਵਿੱਚ ਅਦਾਲਤ ਕੋਈ ਦਖਲ ਨਹੀਂ ਦਿੰਦੀ ਹੈਗੀ। ਕਿਸੇ ਕਿਸਮ ਦਾ ਰੌਲਾ ਹੁੰਦਾ ਤਾਂ ਅਦਾਲਤ ਦੇ ਦਖਲ 'ਤੇ ਰੋਕ ਆ ਇਹਦੇ ਵਿੱਚ। ਤਾਂ ਇਹ ਆਪਣੀ ਕਲਾਸ ਅੱਜ ਦੀ ਇੰਨੀ ਓਕੇ ਸੀ। ਇਹਦੇ 5 ਜਿਹੜੇ ਆਰਟੀਕਲ ਨੇ ਇਹ ਨੋਟ ਕਰ ਲਿਓ। ਅਤੇ ਜਿਹੜੇ ਇਹਦੇ ਨਾਲ ਕਰੰਟ ਅਫੇਅਰ ਨੇ ਰਿਲੇਟਡ, ਮੁੱਖ ਚੋਣ ਕਮਿਸ਼ਨਰ ਹੋ ਗਿਆ, 2 ਹੋਰ ਹੋ ਗਏ, ਇਹ ਚੀਜ਼ਾਂ ਨੋਟ ਕਰਨ ਵਾਲੀਆਂ ਨੇ। ਅਤੇ ਇਹਦਾ ਕਾਰਜਕਾਲ 65 ਸਾਲ ਅਤੇ 6 ਸਾਲ ਆ। ਅਤੇ ਉਸ ਤੋਂ ਪਹਿਲਾਂ ਕਿਵੇਂ ਆਪਾਂ ਹਟਾ ਸਕਦੇ ਹਾਂ ਮਹਾਦੋਸ਼ ਦਾ ਪ੍ਰਸਤਾਵ ਪੇਸ਼ ਕਰਕੇ। ਤਾਂ ਇਹ ਵੀ ਕਾਫੀ ਇੰਪੋਰਟੈਂਟ ਆ, ਇਹ ਵੀ ਤੁਸੀਂ ਨੋਟ ਕਰਨਾ।